ਪੰਜਾਬੀ ਲਾਜ਼ਮੀ ਬੀਕਮ ਭਾਗ ਤੀਸਰਾ, BA ਅਤੇ BSc ਭਾਗ ਤੀਸਰਾ ਦੇ ਵਿਦਿਆਰਥੀਓ, ਤੁਹਾਡਾ ਸਿਲੇਬਸ ਇੱਕੋ ਹੀ ਹੈ। ਇਸ ਕਰਕੇ ਜਿਹੜੇ ਲੈਕਚਰ ਹੋਣਗੇ ਤਿੰਨਾਂ ਕਲਾਸਾਂ ਲਈ ਬਰਾਬਰ ਹੀ ਅਰਥ ਰੱਖਦੇ ਹੋਣਗੇ। ਅੱਜ ਆਪਾਂ ਆਪਣੇ ਸਿਲੇਬਸ ਦੇ ਅਨੁਸਾਰ ਪਹਿਲਾ ਲੈਕਚਰ ਦੀ ਪੇਸ਼ਕਾਰੀ ਕਰ ਰਹੇ ਹਾਂ ਔਰ ਪਹਿਲੇ ਲੈਕਚਰ ਦੀ ਗੱਲ ਕਰ ਰਹੇ ਹਾਂ। ਜਿਹੜਾ ਤੁਹਾਡਾ ਸਿਲੇਬਸ ਹੈਗਾ ਉਹਦੇ ਵਿੱਚ ਇੱਕ ਨਾਵਲ ਹੈ, ਇਹੋ ਹਮਾਰਾ ਜੀਵਨ। ਨਾਵਲਕਾਰ ਦਾ ਨਾਮ ਦਲੀਪ ਕੌਰ ਟਿਵਾਣਾ। ਔਰ ਦੂਸਰਾ ਜਿਹੜਾ ਪੋਰਸ਼ਨ ਹੈਗਾ ਉਹਦੇ ਵਿੱਚ ਤੁਹਾਡੇ ਜਿਹੜੇ ਗ੍ਰਾਮਰ ਨਾਲ ਸੰਬੰਧਿਤ ਕੁਐਸਚਨ ਹੋਣਗੇ। ਵਿਦਿਆਰਥੀਓ, ਕਿਉਂਕਿ ਇੱਕ ਨਾਵਲ ਇਹੋ ਹਮਾਰਾ ਜੀਵਨ ਇਸ ਸਿਲੇਬਸ ਦਾ ਮੁੱਖ ਅੰਗ ਹੈ, ਇਸ ਲਈ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਹੀ ਇੱਥੋਂ ਕਰਦੇ ਹਾਂ। ਇਹੋ ਹਮਾਰਾ ਜੀਵਨਾ ਨਾਵਲ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਦਲੀਪ ਕੌਰ ਟਿਵਾਣਾ ਦਾ ਲਿਖਿਆ ਹੋਇਆ। ਪੰਜਾਬੀ ਸਾਹਿਤ ਵਿੱਚ ਇਸ ਨਾਵਲ ਦਾ ਬਹੁਤ ਮਹੱਤਵ ਹੈ। ਇਹਦਾ ਕਾਰਨ ਕੀ ਹੈ ਕਿ ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਹੋਇਆ। ਇਹ ਕੁਐਸਚਨ ਅਕਸਰ ਆ ਜਾਂਦਾ ਸ਼ਾਰਟ ਕੁਐਸਚਨਾਂ ਦੇ ਵਿੱਚ ਕਿ ਦਲੀਪ ਕੌਰ ਟਿਵਾਣਾ ਦੇ ਕਿਸ ਨਾਵਲ ਉੱਪਰ ਉਸਨੂੰ ਸਾਹਿਤ ਅਕਾਦਮੀ ਦਾ ਨਾਮ ਮਿਲਿਆ, ਤਾਂ ਜਾਂ ਇਸ ਨਾਵਲ ਉੱਪਰ ਇਹਦਾ ਨਾਵਲ ਦਾ ਨਾਂ ਦਿੱਤਾ ਜਾਂਦਾ ਹੈ ਔਰ ਪੁੱਛ ਲਿਆ ਜਾਂਦਾ ਕਿ ਇਸ ਨਾਵਲ ਉੱਪਰ ਕਿਸ ਤਰ੍ਹਾਂ ਦਾ ਇਨਾਮ ਜਾਂ ਕਿਹੜਾ ਇਨਾਮ ਮਿਲਿਆ। ਸੋ ਇਸ ਕਰਕੇ ਇਹ ਚੀਜ਼ ਚੇਤੇ ਦੇ ਵਿੱਚ ਰੱਖਣੀ ਹੈ, ਯਾਦ ਰੱਖਣੀ ਹੈ। ਪਹਿਲਾ ਦਿਨ ਹੈ ਤੁਹਾਡਾ, ਪਹਿਲਾ ਪੀੜਾ ਹੈ, ਇਹਦੇ ਵਿੱਚ ਆਪਾਂ ਪਹਿਲੇ ਦਿਨ ਹੀ ਮੈਂ ਗੱਲ ਤੁਹਾਨੂੰ ਸਪਸ਼ਟ ਕਰਦੇ ਹਾਂ ਕਿ ਇਸ ਇਨਾਮ ਨਾਵਲ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਨਾਮ ਮਿਲਿਆ ਸੀਗਾ। ਇਹ 1967-68 ਦੀ ਗੱਲ ਹੈ। ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਅੱਜ ਜਿਹੜਾ ਆਪਣਾ ਲੈਕਚਰ ਹੈ ਉਹਦੇ ਵਿੱਚ ਗੱਲ ਕਰਾਂਗੇ ਇਸ ਨਾਵਲ ਦੀ ਵੀ, ਨਾਵਲਕਾਰਾਂ ਦੀ ਵੀ, ਔਰ ਪੰਜਾਬੀ ਨਾਵਲ ਦੀ ਵੀ। ਪੰਜਾਬੀ ਨਾਵਲ ਕਿੱਥੋਂ ਸ਼ੁਰੂ ਹੋਇਆ, ਉਹਦੇ ਵਿੱਚ ਦਲੀਪ ਕੌਰ ਟਿਵਾਣਾ ਦਾ ਕੀ ਸਥਾਨ ਹੈ, ਕਿਉਂਕਿ ਰਾਈਟਰ ਬਾਰੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ। ਇਸ ਕਰਕੇ ਦਲੀਪ ਕੌਰ ਟਿਵਾਣਾ ਬਾਰੇ ਵੀ ਥੋੜ੍ਹੀ ਜਿਹੀ ਆਪਾਂ ਗੱਲ ਕਰਾਂਗੇ ਔਰ ਪੰਜਾਬੀ ਨਾਵਲ ਦੇ ਇਤਿਹਾਸ ਬਾਰੇ ਵੀ ਗੱਲ ਕਰਾਂਗੇ। ਪੰਜਾਬੀ ਨਾਵਲ ਦਾ ਜਿਹੜਾ ਇਤਿਹਾਸ ਹੈਗਾ ਉਹ ਬਹੁਤਾ ਪੁਰਾਣਾ ਨਹੀਂ ਹੈਗਾ। ਆਧੁਨਿਕ ਪੰਜਾਬੀ ਸਾਹਿਤ ਜਦੋਂ ਸ਼ੁਰੂ ਹੋਇਆ ਸੀਗਾ ਉਸ ਸਮੇਂ ਬਹੁਤ ਸਾਰੀਆਂ ਆਧੁਨਿਕ ਸਾਹਿਤਕ ਰੂਪ ਸਾਹਮਣੇ ਆਏ ਸੀ। ਜਿਹੜਾ ਮੱਧਕਾਲ ਸੀਗਾ, ਮੱਧਕਾਲ ਦੇ ਵਿੱਚ ਸਿਰਫ ਕਵਿਤਾ ਲਿਖੀ ਜਾਂਦੀ ਸੀ, ਲੰਬੀ ਕਵਿਤਾ ਹੁੰਦੀ ਸੀ ਔਰ ਕਵਿਤਾ ਦੇ ਪ੍ਰਮੁੱਖ 4 ਰੂਪ ਜਾਂ 4 ਤਰ੍ਹਾਂ ਦੇ ਵਿਚਾਰ ਮਿਲਦੇ ਆ ਸਾਨੂੰ ਪੰਜਾਬੀ ਕਵਿਤਾ ਦੇ ਵਿੱਚ। ਇੱਕ ਗੁਰਮਤਿ ਕਵਿਤਾ ਸੀ, ਦੂਸਰੀ ਸੂਫੀ ਕਵਿਤਾ ਸੀ, ਤੀਸਰੀ ਕਿੱਸਾ ਕਾਵ ਤੇ ਚੌਥਾ ਜਿਹੜਾ ਸੀਗਾ ਵੀਰ ਕਾਵ। ਸੂਫੀ ਤੇ ਗੁਰਮਤਿ ਕਵਿਤਾ ਦੇ ਵਿੱਚ, ਗੁਰਮਤਿ ਕਾਵ ਦੇ ਵਿੱਚ ਅੰਤਰਮੁਖੀ ਗੱਲ ਕੀਤੀ ਜਾਂਦੀ ਸੀ, ਰੱਬ ਦੀ ਗੱਲ ਕੀਤੀ ਜਾਂਦੀ, ਰੱਬ ਦੀ ਪਰਿਭਾਸ਼ਾ ਦਿੱਤੀ ਜਾਂਦੀ ਸੀ। ਔਰ ਜਿਹੜੀ ਦੂਸਰੀ ਕਵਿਤਾ ਸੀ ਉਹਦੇ ਵਿੱਚ ਖਾਸ ਮਨੁੱਖ ਨੂੰ ਕੇਂਦਰ ਦੇ ਵਿੱਚ ਰੱਖ ਕੇ ਉਹਨੂੰ ਹੀਰੋ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਸੀ। ਜਿਵੇਂ ਕਿੱਸੇ ਦੇ ਵਿੱਚ ਅਮੀਰ ਵਰਗ ਦੇ ਨੌਜਵਾਨ ਮੁੰਡੇ ਕੁੜੀ ਦੀ ਗੱਲ ਕੀਤੀ ਗਈ ਹੈ, ਜਾਂ ਜਿਹੜਾ ਹੈਗਾ ਵੀਰ ਕਾਵ ਦੇ ਵਿੱਚ ਕਿਸੇ ਬਹਾਦਰ ਰਾਜੇ ਦੀ ਜਾਂ ਉਹਦੇ ਸੈਨਿਕ ਦੀ ਗੱਲ ਕੀਤੀ ਜਾਂਦੀ ਰਹੀ ਸੀ। ਇਸ ਕਰਕੇ ਜਿਹੜਾ ਮੱਧਕਾਲੀ ਸਾਹਿਤ ਸੀਗਾ ਨਾ, ਉਹਦੇ ਵਿੱਚੋਂ ਸਧਾਰਨ ਮਨੁੱਖ ਗਾਇਬ ਸੀਗਾ, ਗੈਰ ਹਾਜ਼ਰ ਸੀਗਾ। ਸਧਾਰਨ ਮਨੁੱਖ ਉਸ ਸਾਹਿਤ ਦੇ ਵਿੱਚ ਪੇਸ਼ ਨਹੀਂ ਹੁੰਦਾ ਸੀ ਔਰ ਜਿੰਨੇ ਵੀ ਲਿਖਣ ਵਾਲੇ ਸੀਗੇ ਉਹ ਸਾਰੇ ਸਧਾਰਨ ਲੋਕ ਹੀ ਸੀ ਤਕਰੀਬਨ। ਪਰ ਉਸ ਸਾਹਿਤ ਦੇ ਵਿੱਚ ਪੇਸ਼ ਹੋਣ ਵਾਲੇ ਜਾਂ ਤਾਂ ਉਹਦਾ ਕੇਂਦਰ ਦੇ ਵਿੱਚ ਉਹਦਾ ਨਾਇਕ ਰੱਬ ਸੀ, ਜਾਂ ਉਸ ਦੇ ਕੇਂਦਰ ਦੇ ਵਿੱਚ ਕੋਈ ਸੂਰਵੀਰ ਸੀ ਜਾਂ ਕੋਈ ਰਾਜਾ ਸੀ। ਸਧਾਰਨ ਮਨੁੱਖ ਉਸ ਸਾਹਿਤ ਦੇ ਵਿੱਚੋਂ ਗੈਰ ਹਾਜ਼ਰ ਸੀ। ਸੋ ਜਿਹੜਾ ਮੱਧਕਾਲ ਸੀਗਾ, ਉਹ ਮੱਧਕਾਲੀ ਸਾਹਿਤ, ਉਹਦੇ ਵਿੱਚ ਸਾਰੀ ਤਕਰੀਬਨ ਕਵਿਤਾ ਹੀ ਲਿਖੀ ਜਾਂਦੀ ਸੀਗੀ ਔਰ ਕਵਿਤਾ ਹੀ ਵਿਚਾਰੀ ਜਾਂਦੀ ਸੀਗੀ। ਜਿਹੜਾ ਆਧੁਨਿਕ ਦੌਰ ਹੈਗਾ, ਆਧੁਨਿਕ ਦੌਰ ਦੇ ਵਿੱਚ ਪੰਜਾਬੀ ਸਾਹਿਤ ਦਾ ਜਿਹੜਾ ਸ਼ੁਰੂਆਤ ਹੈਗੀ ਹੈ ਉਹ ਆਧੁਨਿਕ ਕਵਿਤਾ ਦੇ ਨਾਲ ਹੁੰਦੀ ਹੈ। ਕਵਿਤਾ ਦੇ ਨਾਲ ਹੀ ਨਾਵਲ, ਨਾਵਲ ਦੇ ਨਾਲ ਹੀ ਕਹਾਣੀ ਔਰ ਵਾਰਤਕ ਦੀ ਰਚਨਾ ਸ਼ੁਰੂ ਹੋ ਗਈ ਸੀਗੀ। ਔਰ ਪਹਿਲੀ ਵਾਰੀ ਕਵਿਤਾ ਦੇ ਨਾਲ ਨਾਲ ਵਾਰਤਕ ਦੇ ਵਿੱਚ ਲਿਖੇ ਜਾਣ ਵਾਲਾ ਸਾਹਿਤ ਵੀ ਆਰੰਭ ਹੋ ਗਿਆ ਸੀ। ਨਾਵਲ ਵੀ ਉਹਨਾਂ ਦੇ ਵਿੱਚੋਂ ਇੱਕ ਸੀ। ਹੁਣ ਨਾਵਲ ਦੀ ਸ਼ੁਰੂਆਤ ਕਿਵੇਂ ਹੋਈ? ਨਾਵਲ ਦੀ ਸ਼ੁਰੂਆਤ ਅੰਗਰੇਜ਼ਾਂ ਦੇ ਆਉਣ ਦੇ ਨਾਲ ਸਾਡੀਆਂ ਸਮਾਜਿਕ ਤਬਦੀਲੀਆਂ ਹੋਈਆਂ ਔਰ ਅੰਗਰੇਜ਼ਾਂ ਦੇ ਆਉਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਵੀ ਪੰਜਾਬੀ ਸਮਾਜ ਦੇ ਵਿੱਚ ਆਈਆਂ, ਭਾਰਤੀ ਸਮਾਜ ਦੇ ਵਿੱਚ ਆਈਆਂ।
ਇੱਕ ਉਦਯੋਗਿਕ ਕ੍ਰਾਂਤੀ ਹੋਈ ਸੀਗੀ, ਵਿਸ਼ਵ ਵਿਆਪੀ ਉਦਯੋਗਿਕ ਕ੍ਰਾਂਤੀ। ਉਸ ਉਦਯੋਗਿਕ ਕ੍ਰਾਂਤੀ ਨੇ ਸਮੁੱਚੇ ਸੰਸਾਰ ਦੇ ਸੋਚ ਨੂੰ ਬਦਲਤਾ ਸੀਗਾ। ਜਦੋਂ ਸਮੁੱਚੇ ਸੰਸਾਰ ਦੀ ਸੋਚ ਬਦਲੀ ਤਾਂ ਸਾਹਿਤ ਦੇ ਵਿੱਚ ਵੀ ਉਸ ਸੋਚ ਬਦਲੀ ਹੋਈ, ਤਬਦੀਲ ਹੋਈ ਸੋਚ ਦੇ ਬਾਰੇ ਗੱਲ ਹੋਣੀ ਸ਼ੁਰੂ ਹੋ ਗਈ ਸੀ। ਔਰ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਪਰ ਕਬਜ਼ਾ ਕੀਤਾ ਤਾਂ ਉਹਨਾਂ ਨੇ ਨਵੀਂ ਵਿੱਦਿਆ ਪ੍ਰਣਾਲੀ ਇੱਥੇ ਸ਼ੁਰੂ ਕਰਤੀ, ਸਾਡੇ ਸਮਾਜਿਕ ਢਾਂਚੇ ਨੂੰ ਬਦਲਣਾ ਸ਼ੁਰੂ ਕਰਤਾ। ਨਹਿਰਾਂ ਕੱਢੀਆਂ ਗਈਆਂ, ਰੇਲਾਂ ਚਲਾਈਆਂ ਗਈਆਂ, ਉਹਦਾ ਪ੍ਰਭਾਵ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਉੱਪਰ ਪੈਣਾ ਸ਼ੁਰੂ ਹੋ ਗਿਆ। ਔਰ ਜਿਹੜਾ ਸਾਡਾ ਨੌਜਵਾਨ ਸੀਗਾ ਉਹ ਫੌਜ ਦੇ ਵਿੱਚ ਭਰਤੀ ਹੋ ਕੇ ਵਿਸ਼ਵ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਗਿਆ ਔਰ ਉੱਥੇ ਜਾ ਕੇ ਉਹਨੇ ਆਪਣੀ ਕਹਿ ਸਕਦੇ ਹਾਂ ਕਿ ਜੌਬ ਕੀਤੀ। ਕੁਛ ਲੋਕ ਬਹੁਤੇ ਲੋਕ ਉੱਥੇ ਵੱਸ ਵੀ ਗਏ, ਇਹ ਇੱਕ ਵੱਖਰਾ ਕੁਐਸਚਨ ਹੈਗਾ। ਪਰ ਕਿਉਂਕਿ ਅਸੀਂ ਤਾਂ ਦੇਖਣਾ ਕਿ ਸਾਡੇ ਸਮਾਜ ਦੇ ਉੱਪਰ ਉਸ ਚੀਜ਼ ਦਾ ਪ੍ਰਭਾਵ ਕੀ ਪਿਆ। ਔਰ ਸਾਡੇ ਸਮਾਜ ਦੇ ਉੱਪਰ ਜਿਹੜੀ ਪੂੰਜੀਵਾਦੀ ਕਦਰਾਂ ਕੀਮਤਾਂ ਉਹਨਾਂ ਦੀ ਸ਼ੁਰੂਆਤ ਹੋਣੀ ਸ਼ੁਰੂ ਹੋ ਗਈ। ਪਹਿਲਾਂ ਉਹਦੀ ਜਾਗੀਰਦਾਰੀ ਪ੍ਰਥਾ ਸੀ। ਜਾਗੀਰਦਾਰੀ ਪ੍ਰਥਾ ਦੇ ਵਿੱਚ ਬਹੁਤ ਸਾਰੇ ਉਹਦੇ ਬੈਕਗਰਾਊਂਡ ਦੇ ਵਿੱਚ ਜਿਹੜੇ ਛੁਪੇ ਹੋਏ ਮਾੜੇ ਤੱਤ ਉਹ ਵੀ ਹੋ ਸਕਦੇ, ਪਰ ਉਹਦੇ ਵਿੱਚ ਕੁਝ ਚੀਜ਼ਾਂ ਚੰਗੀਆਂ ਵੀ ਸੀਗੀਆਂ, ਜਿਹਦੇ ਵਿੱਚ ਸਮਾਜ ਦੇ ਵਿੱਚ ਮਨੁੱਖ ਦੀ ਕਿਤੇ ਨਾ ਕਿਤੇ ਕਦਰ ਕੀਤੀ ਜਾਂਦੀ ਸੀਗੀ, ਇੱਕ ਇਨਸਾਨ ਦੀ ਕਦਰ ਕੀਤੀ ਜਾਂਦੀ ਸੀ। ਪੂੰਜੀ ਨੇ ਮਨੁੱਖ ਨੂੰ ਸਮੂਹ ਤੋਂ ਤੋੜ ਲਿਆ ਤੇ ਵਿਅਕਤੀਗਤ ਕਰ ਦਿੱਤਾ। ਇਹਦਾ ਜਿਹੜਾ ਸਮਾਜ ਦੇ ਵਿੱਚ ਜਦੋਂ ਇਹ ਚੀਜ਼ ਹੋਣੀ ਸ਼ੁਰੂ ਹੋ ਗਈ ਤਾਂ ਸਮਾਜ ਦੇ ਵਿੱਚ ਇੱਕ ਨਵਾਂ ਸਾਹਿਤ ਸਿਰਜਣਾ ਸ਼ੁਰੂ ਹੋ ਗਈ। ਉਹ ਕਵਿਤਾ ਦੇ ਰੂਪ ਦੇ ਵਿੱਚ ਵੀ, ਉਹ ਨਾਵਲ ਦੇ ਰੂਪ ਦੇ ਵਿੱਚ, ਉਹ ਕਹਾਣੀ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਉਣ ਸ਼ੁਰੂ ਹੋ ਗਈ। ਅੰਗਰੇਜ਼ਾਂ ਨੇ ਜਿਹੜਾ ਬੜੀ ਚਤੁਰਾਈ ਦੇ ਨਾਲ, ਬੜੀ ਚਲਾਕੀ ਦੇ ਨਾਲ ਕੁਝ ਚੀਜ਼ਾਂ ਕੀਤੀਆਂ ਸੀਗੀਆਂ। ਉਹਨਾਂ ਨੇ ਪੰਜਾਬੀ ਸਮਾਜ ਦੇ ਵਿੱਚ ਆਪਣੇ ਧਰਮ ਦੀ ਗੱਲ ਸ਼ੁਰੂ ਕਰਤੀ ਸੀਗੀ। ਧਰਮ ਦੀ ਗੱਲ ਕੀ ਕੀਤੀ ਕਿ ਉਹਨਾਂ ਨੇ ਬਹੁਤ ਸਾਰਾ ਅੰਗਰੇਜ਼ੀ ਲਿਟਰੇਚਰ ਸੀਗਾ ਉਹਦੇ ਤਰਜਮੇ ਕਰਾਏ, ਉਹਨੂੰ ਟਰਾਂਸਲੇਟ ਕਰਾ ਕੇ ਕਵਿਤਾ ਦੇ ਕਿਤਾਬ ਦੇ ਰੂਪ ਦੇ ਵਿੱਚ ਜਾਂ ਸਾਹਿਤ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਉਹਨੂੰ ਵੰਡਿਆ ਗਿਆ। ਇਸੇ ਕੜੀ ਦੇ ਵਿੱਚ ਉਹਨਾਂ ਨੇ ਕੀ ਕੀਤਾ ਸੀਗਾ ਕਿ ਇੱਕ ਨਾਵਲ ਵੀ ਕੁਝ ਸੀਗੇ ਜਿਹੜੇ ਇਹਨਾਂ ਨੇ ਉਹਨਾਂ ਨੂੰ ਛਪਵਾਇਆ, ਉਹਨਾਂ ਦਾ ਤਰਜਮਾ ਕਰਵਾਇਆ। ਉਹਨਾਂ ਨਾਵਲਾਂ ਨੂੰ ਪੰਜਾਬੀ ਸਮਾਜ ਦੇ ਵਿੱਚ ਵੰਡਿਆ ਗਿਆ ਔਰ ਪੰਜਾਬ ਦੇ ਲੋਕਾਂ ਨੂੰ ਦੱਸਿਆ ਗਿਆ ਕਿ ਜਿਹੜਾ ਤੁਹਾਡੇ ਸਮਾਜ ਨਾਲੋਂ ਸਾਡਾ ਸਮਾਜ ਜਿਹੜਾ ਉਹ ਜ਼ਿਆਦਾ ਵਧੀਆ। ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਲੋਕ ਧਰਮ ਪਰਿਵਰਤਨ ਕਰ ਲੈਣ। ਜੇ ਧਰਮ ਪਰਿਵਰਤਨ ਹੁੰਦਾ ਹੈਗਾ, ਸੱਭਿਆਚਾਰ ਦਾ ਪਰਿਵਰਤਨ ਹੁੰਦਾ ਹੈਗਾ ਤਾਂ ਉੱਥੇ ਆਪਣੀ ਸਰਕਾਰ ਨੂੰ ਲਗਾਤਾਰ ਚਾਲੂ ਰੱਖਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਇਸ ਕਰਕੇ ਸਾਡੇ ਸਮਾਜ ਨੂੰ ਚੇਂਜ ਕਰਨ ਦੀ ਉਹਨਾਂ ਨੇ ਕਿਤੇ ਨਾ ਕਿਤੇ ਗੱਲ ਕਰਨੀ ਸ਼ੁਰੂ ਕਰਤੀ ਸੀਗੀ। ਪੰਜਾਬੀ ਸਾਹਿਤ ਦੇ ਵਿੱਚ ਜਿਹੜਾ ਪਹਿਲਾ ਨਾਵਲ ਸੀਗਾ ਅਨੁਵਾਦਿਤ ਹੋ ਕੇ ਛਪਿਆ ਉਹ ਯਿਸੂ ਮਸੀਹ ਦੀ ਯਾਤਰਾ 1859 ਈਸਵੀ ਦੇ ਵਿੱਚ ਛਪਿਆ ਸੀਗਾ ਔਰ ਇਹ ਇੱਕ ਅੰਗਰੇਜ਼ੀ ਨਾਵਲ ਸੀਗਾ, ਉਹਦਾ ਪੰਜਾਬੀ ਦੇ ਵਿੱਚ ਤਰਜਮਾ ਕੀਤਾ ਗਿਆ ਸੀਗਾ। ਔਰ ਇਸ ਨਾਵਲ ਦੇ ਵਿੱਚ ਅੰਗਰੇਜ਼ੀ ਸਮਾਜ ਦੀ, ਅੰਗਰੇਜ਼ ਧਰਮ ਦੀ ਜਾਂ ਉਹਨਾਂ ਦੇ ਸੱਭਿਆਚਾਰ ਦੀ ਪ੍ਰਸ਼ੰਸਾ ਕੀਤੀ ਗਈ ਸੀਗੀ ਔਰ ਇਸ ਪ੍ਰਸ਼ੰਸਾ ਦੇ ਥਰੂ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਸਮਾਜ ਆ ਤੁਹਾਡੇ ਸਮਾਜ ਨਾਲੋਂ ਵਧੀਆ ਹੈਗਾ। ਇਸ ਦਾ ਪ੍ਰਤੀਕਰਮ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਪੰਜਾਬੀ ਸਾਹਿਤ ਦੇ ਵਿੱਚ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋਣਾ ਸੀ। ਇਹ ਇੱਕ ਲਾਜ਼ਮੀ ਤੱਤ ਸੀ। 1882 ਈਸਵੀ ਦੇ ਵਿੱਚ ਜੋਤਿਰੋਦਿਆ ਨਾਵਲ ਉਹਦਾ ਟਰਾਂਸਲੇਟ ਕੀਤਾ ਗਿਆ, ਉਹਨੂੰ ਪੰਜਾਬੀ ਦੇ ਵਿੱਚ ਛਪਵਾਇਆ ਗਿਆ। ਹੁਣ ਜਦੋਂ ਇਹ ਨਾਵਲ ਪੰਜਾਬੀ ਸਾਹਿਤ ਦੇ ਵਿੱਚ ਛਪ ਗਏ ਨਾ ਤੇ ਪੰਜਾਬੀ ਵਿਦਵਾਨਾਂ ਨੂੰ ਵੀ ਇਸ ਚੀਜ਼ ਦਾ ਥੋੜਾ ਝੋਰਾ ਲੱਗਣ ਲੱਗ ਗਿਆ ਕਿ ਇਸ ਤਰ੍ਹਾਂ ਨਾਲ ਤਾਂ ਸਾਡੇ ਸਮਾਜ ਦੇ ਵਿੱਚ ਬਹੁਤ ਮਾੜੇ ਪ੍ਰਭਾਵ ਪੈਣਗੇ। ਸੋ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਵੀ ਇਸ ਦੇ ਜਵਾਬ ਦੇ ਵਿੱਚ ਕੁਝ ਵਿਦਵਾਨਾਂ ਨੇ ਸੋਚਿਆ ਔਰ ਉਹਨਾਂ ਦੇ ਵਿੱਚ ਭਾਈ ਵੀਰ ਸਿੰਘ ਸੀਗੇ। ਉਹਨਾਂ ਨੇ ਆਪਣਾ ਪਹਿਲਾ ਇੱਕ ਮੌਲਿਕ ਨਾਵਲ ਸੁੰਦਰੀ ਉਹ 1897-98 ਈਸਵੀ ਦੇ ਵਿੱਚ ਛਪਵਾਇਆ। ਹੁਣ ਇੱਕ ਲਗਭਗ 125 ਸਾਲ ਪਹਿਲਾਂ ਉਹ ਨਾਵਲ ਲਿਖਿਆ ਗਿਆ। ਹੁਣ ਦੇਖੋ ਵਿਦਿਆਰਥੀਓ ਕਿ ਇੱਕ ਨਾਵਲ ਦੇ ਜਵਾਬ ਦੇ ਵਿੱਚ ਇੱਕ ਨਾਵਲ ਲਿਖਿਆ ਗਿਆ। ਸੋ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਫਿਰ ਕਿਹੜਾ ਬਣਦਾ? ਸੁੰਦਰੀ, ਭਾਈ ਵੀਰ ਸਿੰਘ। ਹੁਣ ਜਿਹੜੇ ਭਾਈ ਵੀਰ ਸਿੰਘ ਸੀਗਾ ਉਸ ਦੇ ਨਾਲ ਪੰਜਾਬੀ ਨਾਵਲ ਦਾ ਆਗਾਜ਼ ਹੁੰਦਾ, ਆਰੰਭ ਹੁੰਦਾ ਤੇ ਪਹਿਲਾ ਦੌਰ ਵੀ ਉੱਥੇ ਸ਼ੁਰੂ ਹੁੰਦਾ। ਪਹਿਲੇ ਦੌਰ ਦੇ ਨਾਵਲ ਦੇ ਵਿੱਚ ਭਾਈ ਵੀਰ ਸਿੰਘ ਤੋਂ ਇਲਾਵਾ ਹੋਰ 4 ਨਾਵਲਕਾਰ ਸੀਗੇ। ਪਹਿਲੇ ਦੌਰ ਦੇ ਨਾਵਲਕਾਰਾਂ ਵਿੱਚ ਭਾਈ ਵੀਰ ਸਿੰਘ ਤੋਂ ਇਲਾਵਾ ਮੋਹਨ ਸਿੰਘ ਬੈਦ, ਚਰਨ ਸਿੰਘ ਸ਼ਹੀਦ ਤੇ ਅਮਰ ਸਿੰਘ ਦੇ ਨਾਂ ਲਏ ਜਾਂਦੇ ਆ। ਪਹਿਲੇ ਦੌਰ ਦੇ ਪੰਜਾਬੀ ਨਾਵਲ ਵਿੱਚ ਨਾ ਜਿਹੜੀ ਉਹਦੀ ਸੁਰ ਸੀਗੀ ਇੱਕ ਤਾਂ ਉਹ ਧਾਰਮਿਕ ਸੀਗੀ। ਪਹਿਲੇ ਦੌਰ ਦੇ ਪੰਜਾਬੀ ਨਾਵਲ ਦੀ ਸੁਰ ਧਾਰਮਿਕ ਸੀਗੀ ਔਰ ਉਸ ਦੇ ਵਿੱਚ ਧਰਮ ਦੀ ਗੱਲ ਕੀਤੀ ਜਾਂਦੀ ਸੀਗੀ। ਉਹਦੇ ਜਿਹੜੇ ਕਰੈਕਟਰ ਸੀਗੇ, ਜਿਹੜੇ ਪਾਤਰ ਸੀਗੇ ਨਾ ਉਹ 3 ਤਰ੍ਹਾਂ ਦੇ ਸੀਗੇ। ਇੱਕ ਤਾਂ ਬਹੁਤ ਹੀ ਬਹਾਦਰ ਸੀਗੇ ਭਾਈ ਵੀਰ ਸਿੰਘ ਦੇ ਨਾਵਲਾਂ ਵਿੱਚ ਖਾਸ ਕਰਕੇ, ਇੱਕ ਡਰਪੋਕ ਟਾਈਪ ਦੇ ਪਾਤਰ ਸੀਗੇ, ਇੱਕ ਜ਼ਾਲਮ ਸੀਗੇ। ਉਹਨਾਂ ਦੇ ਵਿੱਚ ਜਿਹੜੇ ਬਹਾਦਰ ਪਾਤਰ ਸੀਗੇ ਉਹ ਜ਼ੁਲਮ ਕਰਨ ਵਾਲੇ ਪਾਤਰਾਂ ਨੂੰ ਮਾਰਦੇ ਆ ਔਰ ਜਿਹੜੇ ਮਜ਼ਲੂਮ ਪਾਤਰ ਹੈਗੇ ਉਹਨਾਂ ਦੀ ਉਹ ਰੱਖਿਆ ਕਰਦੇ ਆ। ਇਸ ਤਰ੍ਹਾਂ ਦਾ ਇੱਕ ਸੋਚੀ ਸਮਝੀ ਇੱਕ
ਰਣਨੀਤੀ ਦੇ ਅਧੀਨ ਇਹ ਨਾਵਲ ਲਿਖੇ ਜਾ ਰਹੇ ਸੀਗੇ। ਔਰ ਇਹਨਾਂ ਨਾਵਲਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀਆਂ ਦੇ ਧਰਮ ਨੂੰ ਉੱਪਰ ਉਠਾਉਣ ਦੀ ਗੱਲ ਕੀਤੀ ਜਾ ਰਹੀ ਸੀਗੀ। ਇਸ ਤੋਂ ਇਲਾਵਾ ਜਿਹੜਾ ਪਹਿਲਾ ਪੜਾਅ ਸੀਗਾ ਨਾ, ਉਸ ਨਾਵਲ ਦੀ ਜਿਹੜੇ ਸੁਰ ਸੀਗੇ ਉਹ ਆਦਰਸ਼ਵਾਦੀ ਸੀਗੀ। ਇੱਕ ਆਦਰਸ਼ ਮਿੱਥ ਲੈਂਦੇ ਸੀਗੇ ਔਰ ਇੱਕ ਮਿੱਥੇ ਹੋਏ ਆਦਰਸ਼ ਦੇ ਅਨੁਸਾਰ ਹੀ ਨਾਵਲਕਾਰ ਕੰਮ ਕਰਦੇ ਸੀਗੇ। ਨਾਵਲ ਦੇ ਵਿੱਚ ਇੱਕ ਪੂਰੇ ਦਾ ਪੂਰਾ ਜਿਹੜਾ ਹੈਗਾ ਆਦਰਸ਼ ਮਿੱਥ ਕੇ, ਉਹ ਨਿਸ਼ਾਨਾ ਮਿੱਥ ਕੇ, ਉਸ ਮਿੱਥੇ ਹੋਏ ਨਿਸ਼ਾਨੇ ਨੂੰ ਪੇਸ਼ ਕਰਨ ਦੀ ਖਾਤਰ ਉਸ ਤਰ੍ਹਾਂ ਦੇ ਪਾਤਰ ਲਿਖੇ ਜਾਂਦੇ ਸੀਗੇ। ਪਹਿਲੇ ਪੜਾਅ ਦੇ ਨਾਵਲ ਦੇ ਵਿੱਚ ਇਹੋ ਹੀ ਗੱਲ ਕੀਤੀ ਜਾਂਦੀ ਸੀ। ਇੱਕ ਹੀਰੋ ਪੈਦਾ ਕੀਤਾ ਜਾਂਦਾ ਸੀ, ਹੀਰੋ ਮਾੜੇ ਹਾਲਾਤਾਂ ਦੇ ਖਿਲਾਫ ਲੜਦਾ ਸੀ, ਜਿਸ ਤਰ੍ਹਾਂ ਹਿੰਦੀ ਫਿਲਮਾਂ 'ਚ ਹੁੰਦਾ ਸੀ ਪਹਿਲਾਂ। ਔਰ ਉਹਨਾਂ ਮਾੜੇ ਹਾਲਾਤਾਂ ਦੇ ਵਿੱਚ ਉਹ ਹੀਰੋ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਜਿੱਤ ਜਾਂਦਾ ਸੀਗਾ ਔਰ ਬਾਅਦ ਦੇ ਵਿੱਚ ਉਹ ਸਮਾਜ ਦੇ ਲਈ ਇੱਕ ਆਦਰਸ਼ ਬਣ ਜਾਂਦਾ ਸੀਗਾ। ਇਸ ਤਰ੍ਹਾਂ ਦੇ ਨਾਲ ਪਹਿਲੇ ਦੌਰ ਦਾ ਪੰਜਾਬੀ ਨਾਵਲ ਹੈ ਇਹੀ ਗੱਲ ਕਰਦਾ ਸੀ। ਦੂਸਰੇ ਦੌਰ ਦਾ ਪੰਜਾਬੀ ਨਾਵਲ ਹੈ ਜਿਹੜਾ ਨਾਨਕ ਸਿੰਘ ਨਾਲ ਸ਼ੁਰੂ ਹੁੰਦਾ। ਨਾਨਕ ਸਿੰਘ ਦੀ ਸਭ ਤੋਂ ਵੱਡੀ ਪ੍ਰਾਪਤੀ ਕੀ ਸੀਗੀ? ਨਾਨਕ ਸਿੰਘ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਉਸ ਨੇ ਪੰਜਾਬੀ ਨਾਵਲ ਨੂੰ ਧਰਮ ਦੇ ਖੇਤਰ ਦੇ ਵਿੱਚੋਂ ਕੱਟ ਕੇ ਸਮਾਜ ਦੇ ਨਾਲ ਜੋੜਤਾ ਸੀ। ਸੁਰ ਉਹਦੀ ਵੀ ਆਦਰਸ਼ਵਾਦੀ ਸੀਗੀ, ਉਹ ਵੀ ਆਦਰਸ਼ਵਾਦੀ ਢੰਗ ਦੇ ਨਾਲ ਗੱਲ ਕਰਦਾ ਸੀਗਾ। ਉਹਦੇ ਨਾਵਲ ਦੇ ਵਿੱਚ ਵੀ ਉਸੇ ਤਰ੍ਹਾਂ ਹੀਰੋ ਹੁੰਦੇ ਸੀਗੇ, ਪਰ ਉਹ ਸਧਾਰਨ ਲੋਕ ਹੀਰੋ ਬਣਦੇ ਸੀਗੇ, ਖਾਸ ਲੋਕ ਨਹੀਂ, ਸਧਾਰਨ ਲੋਕ ਹੀ ਹੀਰੋ ਬਣਦੇ ਸੀ। ਔਰ ਸਧਾਰਨ ਲੋਕ ਹੀਰੋ ਬਣ ਕੇ ਮਾੜੀਆਂ ਸਥਿਤੀਆਂ ਦੇ ਵਿੱਚ ਵੀ ਉਹ ਚੰਗੇ ਕੰਮ ਕਰਦੇ ਸੀਗੇ। ਮਾੜੀ ਤੋਂ ਮਾੜੀ ਸਥਿਤੀਆਂ ਦੇ ਵਿੱਚ ਉਹ ਉਹਨਾਂ 'ਚੋਂ ਉੱਭਰਨ ਦੀ ਖਾਤਰ ਉਹ ਚੰਗੇ ਕੰਮ ਕਰਦੇ ਸੀਗੇ ਔਰ ਉਹ ਲੋਕ ਉਹਨਾਂ ਦੇ ਵਿੱਚ ਰਹਿੰਦੇ ਸੀਗੇ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਪਹਿਲੇ ਦੌਰ ਦਾ ਪੰਜਾਬੀ ਨਾਵਲ ਸੀ ਜਾਂ ਦੂਜੇ ਦੌਰ ਦਾ ਪੰਜਾਬੀ ਨਾਵਲ ਸੀਗਾ, ਉਹ ਇੱਕ ਆਦਰਸ਼ ਨੂੰ ਲੈ ਕੇ ਚੱਲਦਾ ਸੀਗਾ। ਉਹਦੀ ਜਿਹੜੀ ਮੁੱਖ ਗੱਲ ਸੀਗੀ, ਕੇਂਦਰੀ ਪਾਤਰ ਉਹਦਾ ਨਾਇਕ ਹੁੰਦਾ ਸੀਗਾ। ਉਹ ਨਾਇਕ ਦੇ ਆਸੇ-ਪਾਸੇ ਸਾਰੀ ਗੱਲ ਘੁੰਮਦੀ ਹੁੰਦੀ ਸੀਗੀ ਤੇ ਉਹਦੇ ਥਰੂ ਉਹ ਆਪਣੀ ਗੱਲ ਕਰਦਾ ਸੀ। ਨਾਨਕ ਸਿੰਘ ਵੀ ਇੱਕ ਆਦਰਸ਼ ਸਮਾਜ ਦੀ ਸਿਰਜਣਾ ਦੀ ਗੱਲ ਕਰਦਾ ਹੈਗਾ ਕਿ ਸਮਾਜ ਦੇ ਵਿੱਚ ਜੋ ਮਾੜੀਆਂ ਕੁਰੀਤੀਆਂ ਚੱਲ ਰਹੀਆਂ ਉਹਨਾਂ ਨੂੰ ਖਤਮ ਕਰਨ ਦੀ ਖਾਤਰ ਚੰਗੇ ਮਨੁੱਖ ਪੈਦਾ ਹੋਣ, ਉਹ ਚੰਗੇ ਮਨੁੱਖ ਉਹਨਾਂ ਸਥਿਤੀਆਂ ਨੂੰ ਬਦਲ ਦੇਣ, ਬਦਲੀਆਂ ਹੋਈਆਂ ਸਥਿਤੀਆਂ ਦੇ ਵਿੱਚ ਸਾਰੇ ਸਮਾਜ ਦੇ ਉੱਪਰ ਉਸ ਚੀਜ਼ ਦਾ ਪ੍ਰਭਾਵ ਪਵੇ ਔਰ ਸਾਰਾ ਸਮਾਜ ਹੀ ਉਹਨਾਂ ਮਨੁੱਖਾਂ ਦੀ ਤਰ੍ਹਾਂ ਬਣ ਜੇ ਤੇ ਇੱਕ ਸਮਾਜ। ਪਰ ਇਹ ਸਮਾਜ ਇਦਾਂ ਦਾ ਨਹੀਂ ਹੁੰਦਾ। ਸਮਾਜ ਦੇ ਵਿੱਚ ਆਦਰਸ਼ਵਾਦੀ ਲੋਕ ਬਹੁਤ ਥੋੜੇ ਹੁੰਦੇ ਆ ਔਰ ਸਮਾਜ ਦੇ ਵਿੱਚ ਤਾਂ ਇੱਕ ਸੱਚ ਵੀ ਹੁੰਦਾ ਹੈ। ਉਹ ਸੱਚ ਉਸ ਨਾਵਲ ਜਿਹੜਾ ਉਸ ਸੱਚ ਨੂੰ ਪੇਸ਼ ਕਰਨ ਤੋਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਆਪਾਂ ਦੂਰ ਆ। ਨਾਨਕ ਸਿੰਘ ਦੇ ਨਾਵਲਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਦੋ ਭਾਗ ਬਣਦੇ ਸੀ, ਮਾੜੇ ਪਾਤਰ, ਚੰਗੇ ਪਾਤਰ। ਔਰ ਚੰਗੇ ਪਾਤਰ ਐਂਡ ਦੇ ਉੱਪਰ ਨਾਵਲ ਦੇ ਵਿੱਚ ਚਿੱਤਦੇ ਦਿਖਾਏ ਗਏ ਸੀਗੇ ਔਰ ਹੀਰੋ ਦੇ ਆਸੇ-ਪਾਸੇ ਸਾਰੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ ਸੀ। ਕਈ ਵਾਰੀ ਨਾਨਕ ਸਿੰਘ ਦੇ ਨਾਵਲਾਂ ਦਾ ਜਿਹੜਾ ਹੀਰੋ ਹੈਗਾ ਉਹ ਅੰਤ ਦੇ ਉੱਪਰ ਉਹਦਾ ਦੁਖਾਂਤ ਹੁੰਦਾ ਸੀ, ਮਰ ਜਾਂਦਾ ਸੀਗਾ। ਉਹ ਦੁਖਾਂਤਕ ਨਾਵਲ ਲਿਖੇ ਨਾਨਕ ਸਿੰਘ ਨੇ, ਬਹੁਤ ਸਾਰੇ ਨਾਵਲ। ਔਰ ਇਹ ਨਾਵਲ ਨਾਨਕ ਸਿੰਘ ਦਾ ਜਿਹੜਾ ਪ੍ਰਭਾਵ ਸੀ ਉਹ ਇਹ ਸੀਗਾ ਕਿ ਪੰਜਾਬੀ ਸਾਹਿਤ ਦੇ ਵਿੱਚ ਪਾਠਕ ਪੈਦਾ ਕੀਤੇ ਨਾਨਕ ਸਿੰਘ ਨੇ ਤੇ ਆਉਣ ਵਾਲੇ ਜਿਹੜੇ ਟਾਈਮ ਸੀਗਾ ਉਹਦੇ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਉਹਨਾਂ ਪਾਠਕਾਂ ਦਾ ਬਹੁਤ ਵੱਡਾ ਕਿਤੇ ਨਾ ਕਿਤੇ ਯੋਗਦਾਨ ਰਿਹਾ ਸੀ, ਕਿਤੇ ਨਾ ਕਿਤੇ ਉਹਨਾਂ ਦਾ ਹੱਥ ਰਿਹਾ ਸੀ। ਤੀਸਰੇ ਦੌਰ ਦਾ ਜਿਹੜਾ ਨਾਵਲ ਸੀਗਾ, ਤੀਸਰੇ ਦੌਰ ਦਾ ਨਾਵਲ ਪੰਜਾਬੀ ਸੀਗਾ ਜਿਹੜਾ ਉਹ ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕਮਲ ਔਰ ਅਮਰਤਾ ਪ੍ਰੀਤਮ, ਸੋਹਣ ਸਿੰਘ ਸੀਤਲ, ਇਹਦੇ ਵਿੱਚ ਇਹ ਪ੍ਰਮੁੱਖ ਲੋਕ ਸੀਗੇ ਜਿਨ੍ਹਾਂ ਨੇ ਇਹ ਨਾਵਲ ਨੂੰ ਲਿਖਿਆ ਤੀਸਰੇ ਪੜਾਅ ਦੇ ਵਿੱਚ। ਤੀਸਰੇ ਪੜਾਅ ਦੇ ਨਾਵਲ ਦੇ ਵਿੱਚ ਆ ਕੇ ਪੰਜਾਬੀ ਨਾਵਲ ਉੱਪਰ ਪ੍ਰਗਤੀਵਾਦ ਦਾ ਸਪਸ਼ਟ ਰੂਪ ਦੇ ਵਿੱਚ ਪ੍ਰਭਾਵ ਦੇਖਣ ਨੂੰ ਮਿਲ ਜਾਂਦਾ। ਪ੍ਰਗਤੀਵਾਦ ਜਿਸ ਦੇ ਵਿੱਚ ਪ੍ਰਗਤੀਵਾਦੀ ਸਾਹਿਤ ਜਿਸ ਦੇ ਵਿੱਚ ਸਧਾਰਨ ਮਨੁੱਖ ਦੀ ਗੱਲ ਕੀਤੀ ਜਾਂਦੀ ਹੈ, ਸਧਾਰਨ ਮਨੁੱਖ ਦੇ ਦੁੱਖਾਂ ਤਕਲੀਫਾਂ ਦੀ ਗੱਲ ਕੀਤੀ ਜਾਂਦੀ ਹੈ। ਅਗਾਂਹਵਧੂ ਸਾਹਿਤ ਜਿਹਦੇ ਵਿੱਚ ਲੋਕਾਂ ਨੂੰ ਨਿਆਂ ਦੇਣ ਦੀ ਗੱਲ ਕੀਤੀ ਜਾਂਦੀ ਹੈ। ਜਦੋਂ ਪ੍ਰਗਤੀਵਾਦ ਆ ਗਿਆ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਨਾਵਲ ਦੇ ਵਿੱਚ, ਕਿਤੇ ਨਾ ਕਿਤੇ ਉਹ ਪ੍ਰਗਤੀਵਾਦ ਸਾਡੇ ਸਧਾਰਨ ਲੋਕਾਂ ਨੂੰ ਵੀ ਸਾਹਿਤ ਦੇ ਵਿੱਚ ਪੇਸ਼ ਕਰਨਾ ਸ਼ੁਰੂ ਕਰ ਦਿੰਦਾ। ਇਸ ਨਾਵਲ ਦੀ ਫਰਕ ਇਹ ਸੀਗਾ ਕਿ ਇਹਨੇ ਯਥਾਰਥ ਨੂੰ ਪੇਸ਼ ਕੀਤਾ, ਪਰ ਇਸ ਨਾਵਲ ਦੇ ਵਿੱਚ ਵੀ ਨਾਇਕ ਉਸੇ ਤਰ੍ਹਾਂ ਕਾਇਮ ਰਿਹਾ। ਨਾਇਕ ਮਾੜੀ ਸਥਿਤੀਆਂ ਨਾਲ ਲੜਦਾ ਹੈ, ਨਾਇਕ ਪਰ ਸਧਾਰਨ ਬੰਦਾ ਬਣ ਗਿਆ, ਲੋਕਾਂ ਦੇ ਹੱਕਾਂ ਦੇ ਲਈ ਲੜਨ ਵਾਲਾ ਇੱਕ ਆਗੂ। ਇਹਨਾਂ ਨਾਵਲਾਂ ਦੇ ਵਿੱਚ ਆਗੂ ਪੈਦਾ ਹੋਏ ਔਰ ਉਹਨਾਂ ਆਗੂਆਂ ਨੇ ਸਮਾਜ ਦੀ ਪ੍ਰਤੀਨਿਧਤਾ ਕੀਤੀ। ਖਾਸ ਕਰਕੇ ਜਸਵੰਤ ਸਿੰਘ ਕਮਲ ਦੇ ਨਾਵਲਾਂ ਦੇ ਵਿੱਚ ਵੀ ਇਹ ਦੇਖੇ ਜਾ ਸਕਦੇ। ਰਾਤ ਬਾਕੀ ਹੈ, ਦੂਸਰੇ ਨਾਵਲ ਜਿਹੜੇ ਹੁੰਦੇ ਹੈਗੇ ਆ, ਉਹਨਾਂ ਦੇ ਵਿੱਚ ਇੱਕ ਕੇਂਦਰੀ ਪਾਤਰ ਹੁੰਦਾ, ਇੱਕ ਹੀਰੋ ਹੁੰਦਾ। ਉਹ ਹੀਰੋ ਸਮਾਜ ਦੇ ਵਿੱਚ ਉਸ ਤਰ੍ਹਾਂ ਦਾ ਪ੍ਰਚਾਰ ਕਰਦਾ, ਉਸ ਤਰ੍ਹਾਂ ਨਾਲ ਸਮਾਜ ਦੇ ਲਈ ਲੜਦਾ ਔਰ ਸਮਾਜ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਵੀਕਾਰ ਕਰਦਾ। ਔਰ ਇਹਨਾਂ ਨਾਵਲਾਂ ਦੇ ਵਿੱਚ ਇਹ ਚੀਜ਼ ਭਾਰੂ ਰਹੀ। ਇਸ ਨਾਵਲ ਦੇ ਵਿੱਚ ਪਹਿਲੀ ਵਾਰੀ ਆਦਰਸ਼ ਦੀ ਬਜਾਏ ਯਥਾਰਥ ਦੀ ਗੱਲ ਹੋ ਗਈ ਹੈ, ਪ੍ਰਗਤੀਵਾਦ ਦੀ ਗੱਲ ਹੋ ਗਈ ਹੈ ਔਰ ਜਿਹੜੇ ਵਿਸ਼ੇ ਸੀਗੇ ਉਹ ਆਮ ਲੋਕਾਂ ਨਾਲ ਸੰਬੰਧਿਤ ਵਿਸ਼ੇ ਪੇਸ਼ ਹੋਣੇ ਸ਼ੁਰੂ ਹੋ ਗਏ ਸੀਗੇ। ਔਰ ਇਸ ਨਾਵਲ ਨੇ ਆਉਣ ਦੇ ਨਾਲ ਪੰਜਾਬੀ ਨਾਵਲ ਦਾ ਜਿਹੜਾ ਪੜਾਅ ਹੈਗਾ ਉਹ 1960-65 ਤੱਕ ਚਲੇ ਜਾਂਦਾ। 1965-66 ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ। ਤਬਦੀਲੀਆਂ ਕੀ ਹੁੰਦੀਆਂ? ਸਮਾਜਿਕ ਤਬਦੀਲੀਆਂ।
ਜਿਨ੍ਹਾਂ ਦੇ ਵਿੱਚ ਇੱਕ ਤਾਂ ਪੰਜਾਬੀ ਸੂਬੇ ਦਾ ਨਿਰਮਾਣ ਹੁੰਦਾ, ਪੰਜਾਬ ਵਿੱਚ ਲੁਧਿਆਣਾ ਯੂਨੀਵਰਸਿਟੀ ਦੀਆਂ ਕੋਸ਼ਿਸ਼ਾਂ ਸਦਕਾ ਹਰੀ ਕ੍ਰਾਂਤੀ ਆਉਂਦੀ ਹੈ। ਇਹਦੇ ਨਾਲ ਸਮਾਜ ਦੇ ਵਿੱਚ ਬਹੁਤ ਸਾਰੀ ਜਿਹੜੀ ਨਵੀਆਂ ਚੀਜ਼ਾਂ ਆਉਂਦੀਆਂ, ਉਥਲ ਪੁਥਲ ਹੁੰਦੀਆਂ, ਜਿਹੜਾ ਇੱਕ ਮੱਧ ਵਰਗ ਪੈਦਾ ਹੁੰਦਾ ਪਿੰਡਾਂ ਦੇ ਵਿੱਚ, ਕਿਉਂਕਿ ਉਹਨਾਂ ਦੀ ਆਮਦਨ ਵੱਧ ਜਾਂਦੀ ਹੈਗੀ ਹਰੀ ਕ੍ਰਾਂਤੀ ਦੇ ਨਾਲ, ਔਰ ਉਹ ਵਧੀ ਹੋਈ ਆਮਦਨ ਕਰਕੇ ਜਦੋਂ 4 ਪੈਸੇ ਆਉਂਦੇ ਲੋਕਾਂ ਕੋਲੇ, ਉਹਨਾਂ ਦਾ ਜੀਵਨ ਸਤਰ ਉੱਚਾ ਹੋ ਜਾਂਦਾ। ਜਦੋਂ ਜੀਵਨ ਸਤਰ ਉੱਚਾ ਹੋਇਆ ਤਾਂ ਸਮਾਜਿਕ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਹਦਾ ਪ੍ਰਭਾਵ ਵੀ ਸਾਹਿਤ ਦੇ ਉੱਪਰ ਪਿਆ, ਨਾਵਲ ਉੱਪਰ ਵੀ ਉਹਦਾ ਪ੍ਰਭਾਵ ਪਿਆ। ਇਸ ਜਿਹੜਾ ਚੌਥਾ ਪੜਾਅ ਹੈਗਾ, ਇਹਦੇ ਵਿੱਚ ਗੁਰਦਿਆਲ ਸਿੰਘ ਆਰੰਭ ਦੇ ਵਿੱਚ ਦੇਖਦੇ ਆਪਾਂ ਨਾਵਲਕਾਰ ਗੁਰਦਿਆਲ ਸਿੰਘ ਹੈ ਨਾ, ਜਿਹੜਾ ਉਹਨੇ ਆਪਣੇ ਨਾਵਲਾਂ ਦੇ ਵਿੱਚ ਬਿਲਕੁਲ ਕੇਂਦਰੀ ਪਾਤਰ ਪੇਸ਼ ਕੀਤੇ। ਨਾਇਕ ਦੀ ਗੱਲ ਖਤਮ ਹੋ ਗਈ, ਇੱਥੇ ਨਾਇਕ ਖਤਮ ਹੋ ਗਿਆ, ਔਰ ਇੱਕ ਸਧਾਰਨ ਪਾਤਰ ਜਿਹੜੇ ਸੀਗੇ, ਜਿਸ ਤਰ੍ਹਾਂ ਦੀ ਸਥਿਤੀ ਹੈਗੀ ਆ, ਉਸਨੂੰ ਉਸੇ ਤਰ੍ਹਾਂ ਨਾਲ ਪੇਸ਼ ਕੀਤਾ ਜਾ ਰਿਹਾ। ਔਰ ਜਿਹੜੇ ਪਾਤਰ ਹੈਗੇ ਸਥਿਤੀਆਂ ਨਾਲ ਲੜਦੇ ਆ, ਉਹ ਹਾਰਦੇ ਆ, ਜਿੱਤਦੇ ਆ, ਜਿਸ ਤਰ੍ਹਾਂ ਦੀ ਵੀ ਉਹ ਸਥਿਤੀਆਂ ਹੈਗੀਆਂ, ਉਹਨਾਂ ਸਥਿਤੀਆਂ ਦੀ ਹੀ ਗੱਲ ਕੀਤੀ ਜਾਂਦੀ ਹੈ ਇਸ ਨਾਵਲ ਦੇ ਵਿੱਚ। ਇਸ ਨਾਵਲ ਦੇ ਵਿੱਚ ਹੀਰੋ ਦਾ ਸੰਕਲਪ ਹੈ ਜਿਹੜਾ ਖਤਮ ਹੋ ਜਾਂਦਾ। ਇਸ ਨਾਵਲ ਦੇ ਵਿੱਚ, ਇਸ ਕਾਲ ਦੇ ਨਾਵਲ ਦੇ ਵਿੱਚ ਜਿਹੜਾ ਗੁਰਦਿਆਲ ਸਿੰਘ, ਉਹ ਤੋਂ ਇਲਾਵਾ ਦਲੀਪ ਕੌਰ ਟਿਵਾਣਾ, ਜਿਹਦਾ ਨਾਵਲ ਇਹੋ ਹਮਾਰਾ ਜੀਵਨ ਤੁਹਾਡੇ ਪਾਠਕ੍ਰਮ ਵਿੱਚ ਪੇਸ਼ ਹੈਗਾ, ਉਹ ਵੀ ਉਹਦਾ ਨਾਮ ਹੀ ਲਿਆ ਜਾਂਦਾ। ਯਥਾਰਥਵਾਦੀ ਨਾਵਲ ਹੈ ਇਹ, ਸਾਰੇ ਨਾਵਲਕਾਰ ਹੈ ਯਥਾਰਥਵਾਦੀ ਨਾਵਲਕਾਰ। ਦਲੀਪ ਕੌਰ ਟਿਵਾਣਾ, ਰਾਮ ਸਰੂਪ ਪਣਖੀ, ਕਰਮਜੀਤ ਕੁੱਸਾ, ਇਹ ਸਾਰੇ ਨਾਵਲਕਾਰ ਇਸੇ ਦੌਰ ਦੇ ਵਿੱਚ ਆਉਂਦੇ ਆ। ਇਹਦੇ ਨਾਲ ਹੀ ਇੱਕ ਪੈਰਲਲ ਪੜ ਯਥਾਰਥਵਾਦ, ਜਿਹਦੇ ਵਿੱਚ ਸ਼ਹਿਰੀ ਮੱਧ ਵਰਗ ਦੇ ਜੀਵਨ ਜਾਂਚ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਸੁਰਜੀਤ ਸਿੰਘ ਸੇਠੀ, ਸੁਖਵੀਰ, ਮੋਹਨ ਕਾਲੋਂ, ਇਹ ਲੋਕ ਨਾਵਲ ਲਿਖੇ ਇਹਨਾਂ ਨੇ, ਔਰ ਇਹਨਾਂ ਨੇ ਪੜ ਯਥਾਰਥਵਾਦ ਉਹਨਾਂ ਦੇ ਵਿੱਚ ਪੇਸ਼ ਕੀਤਾ। ਇਸ ਪੜਾਅ ਦੇ ਨਾਵਲ ਦੇ ਵਿੱਚ ਹੀਰੋ ਦਾ ਸੰਕਲਪ ਖਤਮ ਹੋ ਗਿਆ। ਸਧਾਰਨ ਲੋਕ ਕੇਂਦਰੀ ਪਾਤਰ ਦੇ ਰੂਪ ਦੇ ਵਿੱਚ ਸਾਹਮਣੇ ਆਏ। ਉਹਨਾਂ ਨੇ ਜੋ ਸਥਿਤੀਆਂ ਸੀਗੀਆਂ ਉਹਨਾਂ ਨਾਲ ਲੜ ਰਹੇ ਆ, ਹਾਰ ਰਹੇ ਆ, ਜਿੱਤ ਰਹੇ ਆ, ਇਹ ਚੀਜ਼ ਪੇਸ਼ ਹੋਣ ਲੱਗੀ। ਦੂਸਰਾ ਜਿਹੜਾ ਇਸ ਨਾਵਲ ਦੇ ਵਿੱਚ ਸਥਿਤੀਆਂ ਦਾ ਵਰਣਨ ਕੀਤਾ ਗਿਆ, ਉਹਨਾਂ ਦੀ ਦਿਸ਼ਾ ਨਹੀਂ ਦਿਖਾਈ ਗਈ, ਉਹਨਾਂ ਦੀ ਦਸ਼ਾ ਦੀ ਗੱਲ ਕੀਤੀ ਗਈ ਇਸ ਨਾਵਲ ਦੇ ਵਿੱਚ। ਦਿਸ਼ਾ ਦੀ ਬਜਾਏ ਦਸ਼ਾ ਨੂੰ ਪੇਸ਼ ਕੀਤਾ ਇਸ ਨਾਵਲ ਨੇ। ਇਸ ਤਰ੍ਹਾਂ ਦੇ ਨਾਲ ਇਹ 1985-90 ਤੱਕ ਇਹ ਨਾਵਲ ਚੱਲਦਾ ਹੈਗਾ। ਅਗਲਾ ਜਿਹੜਾ ਲਾਸਟ ਪੜਾਅ ਹੈਗਾ ਪੰਜਾਬੀ ਨਾਵਲ ਦਾ, ਉਹ ਹੈਗਾ ਆਧੁਨਿਕ ਪੰਜਾਬੀ ਨਾਵਲ। ਆਧੁਨਿਕ ਪੰਜਾਬੀ ਨਾਵਲ ਦੇ ਵਿੱਚ ਹਾਸ਼ੀਆਗਤ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਦਲਿਤ ਵਰਗ ਵੀ ਹੈ, ਜਿਹਦੇ ਵਿੱਚ ਔਰਤ ਵੀ ਹੈ, ਜਿਹੜੇ ਕਿ ਸਮਾਜ ਦੇ ਵਿੱਚੋਂ ਹਾਸ਼ੀਏ ਤੇ ਰਹੇ ਹੈ, ਉਹਨਾਂ ਦੀ ਗੱਲ ਅੱਜ ਦਾ ਨਾਵਲ ਕਰ ਰਿਹਾ ਹੈਗਾ। ਅੱਜ ਦਾ ਸਮੁੱਚਾ ਪੰਜਾਬੀ ਸਾਹਿਤ ਹੀ ਕਰ ਰਿਹਾ ਤੇ ਨਾਵਲ ਵੀ ਕਰ ਰਿਹਾ ਹੈਗਾ। ਤੀਸਰਾ ਜਿਹੜਾ ਗੱਲ ਕੀਤੀ ਜਾ ਰਹੀ ਹੈ ਪ੍ਰਵਾਸੀ ਪੰਜਾਬੀ ਨਾਵਲ, ਜਿਹੜੇ ਸਾਡੇ ਬਹੁਤ ਸਾਰੇ ਪੰਜਾਬੀ ਲੋਕ ਆ ਉਹ ਪ੍ਰਵਾਸ ਧਾਰਨ ਕਰਦੇ ਆ, ਪੜ੍ਹੇ ਲਿਖੇ ਲੋਕ ਉੱਧਰ ਜਾਂਦੇ ਆ, ਉੱਥੇ ਜਾ ਕੇ ਆਪਣੇ ਆਪ ਨੂੰ ਸਥਿਰ ਕਰਦੇ ਆ। ਸਥਿਰ ਕਰਨ ਤੋਂ ਬਾਅਦ, ਸੈਟਲ ਹੋਣ ਤੋਂ ਬਾਅਦ ਉਹ ਲਿਖਣਾ ਸ਼ੁਰੂ ਕਰਦੇ ਆ। ਉਹਨਾਂ ਦੇ ਵਿੱਚ ਬਹੁਤ ਸਾਰਾ ਨਾਵਲ ਵੀ ਲਿਖਿਆ ਗਿਆ। ਉਸ ਨਾਵਲ ਦੇ ਵਿੱਚ ਜਿਹੜੇ ਪ੍ਰਵਾਸੀ ਲੋਕ ਆ ਸਾਡੇ, ਉਹਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਹੋਇਆ ਮਿਲ ਰਿਹਾ। ਪ੍ਰਵਾਸੀ ਜਿਹੜੇ ਸਾਡੇ ਲੋਕ ਹੈਗੇ ਆ, ਉਹਨਾਂ ਨੇ ਬਹੁਤ ਸਾਰੀਆਂ ਚੰਗੇ ਮਾੜੇ ਅਨੁਭਵ ਆ। ਉਹਦੇ ਵਿੱਚ ਨਸਲੀ ਵਿਤਕਰੇ ਦੀ ਗੱਲ ਕੀਤੀ ਹੈ, ਜਾਂ ਜਿਹੜੇ ਸਾਡੇ ਲੋਕ ਉੱਧਰ ਗਏ ਹੈਗੇ ਆ, ਉੱਧਰ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਹ ਗੁਜ਼ਰਦੇ ਆ, ਕਿਵੇਂ ਉਹ ਆਪਣੇ ਆਪ ਨੂੰ ਖੜਾ ਕਰਦੇ ਆ, ਕਿਸ ਤਰ੍ਹਾਂ ਉਸ ਸਮਾਜ ਦੇ ਵਿੱਚ ਉਹ ਲੜਦੇ ਆ, ਕਿਸ ਤਰ੍ਹਾਂ ਉਸ ਸਮਾਜ ਦੇ ਵਿੱਚ ਲੜ ਕੇ ਉਹ ਜਿੱਤਦੇ ਆ, ਹਾਰਦੇ ਆ। ਜੋ ਵੀ ਹੈ ਉਸ ਸਮਾਜ ਦੇ ਵਿੱਚ ਪੇਸ਼ ਹੋਈਆਂ ਸਥਿਤੀਆਂ ਨੂੰ, ਉਸ ਸਮਾਜ ਦੇ ਵਿੱਚ ਪੇਸ਼ ਹੋਈਆਂ ਜਿੰਨੇ ਵੀ ਸਾਡੇ ਪੰਜਾਬੀ ਸਮਾਜ ਹੈ, ਉਹਦੇ ਲਈ ਪੈਦਾ ਹੋਏ ਹਾਲਾਤਾਂ ਨੂੰ ਉਹ ਨਾਵਲ ਚੰਗੀ ਤਰ੍ਹਾਂ ਨਾਲ ਪੇਸ਼ ਕਰਨ ਦੇ ਵਿੱਚ ਕਾਮਯਾਬ ਹੋਇਆ ਹੈ। ਇਸ ਤਰ੍ਹਾਂ ਨਾਲ ਪੰਜਾਬੀ ਨਾਵਲ ਦਾ ਜਿਹੜਾ ਇਤਿਹਾਸ ਹੈ ਇਹ ਖਤਮ ਹੁੰਦਾ। ਹੁਣ ਆਪਾਂ ਦਲੀਪ ਕੌਰ ਟਿਵਾਣਾ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਅੱਜ ਦੇ ਲੈਕਚਰ ਦੇ ਵਿੱਚ। ਦਲੀਪ ਕੌਰ ਟਿਵਾਣਾ, ਕਿਉਂਕਿ ਤੁਹਾਡੇ ਸਿਲੇਬਸ ਦੇ ਵਿੱਚ ਨਿਰਧਾਰਤ ਨਾਵਲ ਇਹੋ ਹਮਾਰਾ ਜੀਵਨਾ ਦੀ ਲੇਖਿਕਾ ਹੈਗੀ ਹੈ, ਇਸ ਕਰਕੇ ਆਪਾਂ ਉਹਦੇ ਬਾਰੇ ਅੱਜ ਹੁਣ ਥੋੜ੍ਹੀ ਜਿਹੀ ਡਿਸਕਸ਼ਨ ਕਰ ਰਹੇ ਹਾਂ। ਦਲੀਪ ਕੌਰ ਟਿਵਾਣਾ ਨੇ ਇਕੱਲਾ ਨਾਵਲ ਹੀ ਨਹੀਂ ਲਿਖਿਆ, ਕਹਾਣੀਆਂ ਵੀ ਲਿਖੀਆਂ, ਸਾਹਿਤ ਦੇ ਹੋਰ ਰੂਪ ਉਹਨੇ ਸਵੈ ਜੀਵਨੀਆਂ ਵੀ ਲਿਖੀਆਂ। ਦਲੀਪ ਕੌਰ ਟਿਵਾਣਾ ਦੇ ਨਾਵਲ ਇਹੋ ਹਮਾਰਾ ਜੀਵਨਾ ਉੱਪਰ ਸਾਹਿਤ ਅਕਾਡਮੀ ਦਾ ਨਾਮ ਮਿਲਿਆ। ਹੋਰ ਬਹੁਤ ਸਾਰੇ ਨਾਵਲ ਉਹਨੇ ਲਿਖੇ ਹੈਗੇ, ਉਹਨਾਂ ਦੇ ਵਿੱਚ ਔਰਤ ਦੀ ਗੱਲ ਕੀਤੀ ਹੈ। ਪੰਜਾਬੀ ਨਾਵਲ ਖੇਤਰ ਦੇ ਵਿੱਚ ਜਾਂ ਪੰਜਾਬੀ ਸਾਹਿਤ ਖੇਤਰ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਤੋਂ ਬਾਅਦ ਦੂਸਰੀ ਔਰਤ ਲੇਖਿਕਾ ਹੈਗੀ ਹੈ, ਜਿਹਨੇ ਔਰਤ ਦੀ ਸਥਿਤੀ ਨੂੰ ਔਰਤ ਦੇ ਜਾਵੀਏ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਨਹੀਂ ਤਾਂ ਪਹਿਲਾਂ ਜਿਹੜੀ ਔਰਤ ਦੀ ਸਥਿਤੀ ਸੀਗੀ ਉਹਨੂੰ ਮਰਦ ਸਾਹਿਤਕਾਰੀ ਪੇਸ਼ ਕਰਦੇ ਰਹੇ ਆ, ਆਪਣੀ ਸਥਿਤੀ ਦੇ ਅਨੁਸਾਰ, ਆਪਣੀ ਲੋੜ ਦੇ ਅਨੁਸਾਰ ਜਾਂ ਆਪਣੇ ਢੰਗ ਦੇ ਅਨੁਸਾਰ ਉਹਨੂੰ ਪੇਸ਼ ਕਰਦੇ ਰਹੇ ਆ। ਪਰ ਸਹੀ ਅਰਥਾਂ ਦੇ ਵਿੱਚ ਜੇਕਰ ਔਰਤ ਦੀ ਸਥਿਤੀ ਨੂੰ ਪੇਸ਼ ਕਰਨ ਦੀ ਗੱਲ ਆਉਂਦੀ ਹੈ, ਉਹਦੇ ਵਿੱਚ ਅੰਮ੍ਰਿਤਾ ਪ੍ਰੀਤਮ ਤੇ ਦਲੀਪ ਕੌਰ ਟਿਵਾਣਾ ਦੇ ਨਾਂ ਲਏ ਜਾ ਸਕਦੇ ਆ। ਅੰਮ੍ਰਿਤਾ ਪ੍ਰੀਤਮ ਤੇ ਦਲੀਪ ਕੌਰ ਟਿਵਾਣਾ ਨੇ ਪੰਜਾਬੀ ਨਾਵਲ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਕਵਿਤਾ ਦੇ ਵਿੱਚ ਇਹਨਾਂ ਨੇ ਔਰਤ ਦੀ ਗੱਲ ਨੂੰ
ਔਰਤ ਦੇ ਨਜ਼ਰੀਏ ਤੋਂ ਪੇਸ਼ ਕੀਤਾ ਹੈ ਔਰ ਸਫਲਤਾਪੂਰਵਕ ਪੇਸ਼ ਕੀਤਾ। ਇਹੋ ਹਮਾਰਾ ਜੀਵਨਾ ਨਾਵਲ ਭਾਰਤ ਦੀਆਂ ਹੋਰ ਭਾਸ਼ਾਵਾਂ ਵਿੱਚ, ਜਿਸ ਤਰ੍ਹਾਂ ਹਿੰਦੀ ਦੇ ਵਿੱਚ, ਮਲਿਆਲਮ ਦੇ ਵਿੱਚ, ਕੰਨੜ ਦੇ ਵਿੱਚ ਔਰ ਕਸ਼ਮੀਰੀ ਭਾਸ਼ਾ ਦੇ ਵਿੱਚ, ਹੋਰ ਬਹੁਤ ਸਾਰੀਆਂ ਜਿਵੇਂ ਤਾਮਿਲ, ਗੁਜਰਾਤੀ, ਉਹਨਾਂ ਦੇ ਵਿੱਚ ਛਪ ਚੁੱਕਿਆ ਹੈ। ਦਲੀਪ ਕੌਰ ਟਿਵਾਣਾ ਦੇ ਹੋਰ ਨਾਵਲਾਂ ਦਾ ਵੇਰਵਾ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ। ਦੇਖੋ, ਅਗਨੀ ਪ੍ਰੀਖਿਆ, ਬਾਟ ਹਮਾਰੀ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਵਿਦ ਇਨ ਵਿਦ ਆਊਟ, ਸਰਕੰਡਿਆਂ ਦੇ ਦੇਸ਼, ਧੁੱਪ ਛਾਂ ਤੇ ਰੁੱਖ, ਸਭ ਦੇਸ਼ ਪਰਾਇਆ, ਹੇ ਰਾਮ, ਲੰਮੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਹਸਤਾਖਰ, ਪੈੜ ਚਾਲ, ਰਿਣ ਪੱਤਰਾਂ ਦਾ, ਐਰ ਬੈਰ ਮਿਲਦਿਆਂ, ਲੰਘ ਕੇ ਦਰਿਆ, ਜਿਮੀ ਪੁੱਛੇ ਅਸਮਾਨ, ਕਥਾ ਕੁਨਸ, ਦੁਨੀ ਸਹਾਵਾ ਬਾਗ, ਪੰਖ ਪਰੌਣੇ, ਉਰਵਸੀ। ਇਹ ਉਹਦੇ ਲਾਸਟ ਨਾਵਲ ਸੀਗੇ। ਔਰ ਅਮ੍ਰਿਤਾ ਪ੍ਰੀਤਮ ਦਲੀਪ ਕੌਰ ਟਿਵਾਣਾ ਇਸੇ ਸਾਲ ਜਨਵਰੀ ਫਰਵਰੀ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀਗੇ। ਔਰ ਵਿਦਿਆਰਥੀਓ, ਇਹ ਉਹਦੇ ਨਾਵਲ ਸਫ਼ਰ ਹੈ। ਦਲੀਪ ਕੌਰ ਟਿਵਾਣਾ ਦੇ ਜਿਹੜੇ ਨਾਵਲ ਦੀਆਂ ਨਾਇਕਾਵਾਂ ਹਨ, ਉਹ ਸਥਿਤੀਆਂ ਨਾਲ ਲੜ ਰਹੀਆਂ, ਬੇਸ਼ੱਕ ਹਾਰ ਰਹੀਆਂ, ਪਰ ਉਹਨਾਂ ਦਾ ਇੱਕ ਕਰੈਕਟਰ ਹੈ ਜਿਹੜਾ ਸਮਝੌਤਾ ਨਹੀਂ ਕਰਦਾ। ਇੱਕ ਬਹੁਤ ਵੱਡਾ ਉਸਦੇ ਨਾਵਲਾਂ ਦੇ ਵਿੱਚ ਹੈਗਾ ਕਿ ਉਹਦੇ ਜਿਹੜੇ ਨਾਵਲ ਹੈਗੇ, ਉਹਨਾਂ ਦੇ ਵਿੱਚ ਉਹਦੀਆਂ ਨਾਇਕਾਵਾਂ ਜਿਹੜੀਆਂ ਉਹ ਲੜ ਰਹੀਆਂ ਸਮਾਜ ਦੀਆਂ ਗਲਤ ਪਰੰਪਰਾਵਾਂ ਦੇ ਖਿਲਾਫ। ਉਹ ਲੜ ਕੇ ਬੇਸ਼ੱਕ ਹਾਰ ਰਹੀਆਂ, ਪਰ ਆਪਣੇ ਕਰੈਕਟਰ ਨੂੰ ਉਹ ਬਰਕਰਾਰ ਰੱਖ ਰਹੀਆਂ। ਤੁਹਾਡੇ ਇਸ ਨਾਵਲ ਦੇ ਵਿੱਚ ਵੀ ਆਪਾਂ ਜਦੋਂ ਗੱਲ ਕਰਾਂਗੇ ਦੱਸਾਂਗੇ। ਉਸ ਦੇ ਪੈਰਲਰ ਕੁਛ ਲੇਡੀ ਪਾਤਰ ਹੈਗੀਆਂ ਜਿਹੜੀਆਂ ਸਮਝੌਤੇ ਕਰਦੀਆਂ ਔਰ ਸਮਾਜ ਦੇ ਵਿੱਚ ਉਹ ਸੁਖੀ ਰਹਿੰਦੀਆਂ। ਲੇਖਕਾਂ ਦੀ ਪ੍ਰਾਪਤੀ ਇਹ ਹੈ ਕਿ ਉਸ ਨੇ ਆਪਣੀਆਂ ਨਾਇਕਾਵਾਂ ਨੂੰ ਮਾੜੀਆਂ ਤੋਂ ਮਾੜੀਆਂ ਹਾਲਾਤਾਂ ਦੇ ਵਿੱਚ ਵੀ ਜਿਉਂਦੇ ਦਿਖਾਇਆ। ਇੱਕ ਵੱਡੀ ਗੱਲ ਹੈ ਕਿ ਉਹਦੀ ਜਿਹੜੀਆਂ ਨਾਇਕਾਵਾਂ ਜਾਂ ਉਹਦੇ ਜਿਹੜੇ ਕੇਂਦਰੀ ਪਾਤਰ ਹੈਗੇ ਆ, ਉਹ ਸਮਾਜ ਦੇ ਵਿੱਚ ਹਾਰਦੇ, ਜਿੱਤਦੇ, ਲੜਦੇ, ਝਗੜਦੇ, ਸਥਿਰ ਰੂਪ ਦੇ ਵਿੱਚ ਅੱਗੇ ਵਧ ਰਹੇ ਹੈ। ਇਹ ਨਹੀਂ ਹੈਗਾ ਕਿ ਉਸਦੇ ਨਾਵਲ ਦੇ ਵਿੱਚ ਪੇਸ਼ ਹੋਣ ਵਾਲੀ ਪਾਤਰ ਹੈ ਜਿਹੜੇ ਕਿਤੇ ਕੋਈ ਆਤਮ ਹੱਤਿਆ ਕਰਦੇ ਜਾਂ ਇੱਦਾਂ ਕਰਦੇ, ਉੱਦਾਂ ਦੀ ਗੱਲ ਨਹੀਂ ਹੈਗੀ। ਉਹਦੇ ਨਾਵਲ ਦੀਆਂ ਜਿਹੜੀਆਂ ਔਰਤ ਪਾਤਰ ਹੈਗੀਆਂ ਉਹ ਸੰਘਰਸ਼ ਕਰ। ਸਾਡੇ ਸਮਾਜਿਕ ਵਿਕਾਸ ਵਿੱਚ ਔਰਤ ਦਾ ਬੇਸ਼ੱਕ ਬਰਾਬਰ ਦਾ ਯੋਗਦਾਨ ਰਿਹਾ, ਪਰ ਇਹ ਸਮਾਜਿਕ ਵਿਕਾਸ ਦੇ ਵਿੱਚ ਔਰਤ ਕਿਤੇ ਨਾ ਕਿਤੇ ਪਿਛੜ ਗਈ ਸੀਗੀ। ਪਿਛੜੇ ਹੋਏ ਹਾਲਾਤਾਂ ਦੇ ਵਿੱਚ ਉਹਨੂੰ ਜਿਉਂ-ਜਿਉਂ ਸਮਾਜ ਅੱਗੇ ਵਧਿਆ, ਉਹਦੀ ਸਪੇਸ ਘਟਦੀ ਗਈ ਔਰ ਸਾਰੀ ਸਪੇਸ ਦੇ ਉੱਪਰ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਮਰਦ ਹੀ ਕਾਬਜ ਹੋ ਗਿਆ। ਜਿਹੜੇ ਦਲੀਪ ਕੌਰ ਟਿਵਾਣਾ ਦੇ ਨਾਵਲ ਹੈਗੇ ਆ, ਉਹਨਾਂ ਦੇ ਵਿੱਚ ਵੀ ਉਸ ਔਰਤ ਦੀ ਗੱਲ ਕੀਤੀ ਗਈ ਹੈਗੀ ਆ ਜਿਹੜੀ ਆਪਣੀ ਸਪੇਸ ਦੀ ਤਲਾਸ਼ ਦੇ ਵਿੱਚ ਭਟਕ ਰਹੀ ਹੈ। ਇਹ ਸਪੇਸ ਹੈਗੀ ਹੈ, ਉਹ ਘਰ ਦੇ ਵਿੱਚ ਵੀ ਹੋ ਸਕਦੀ ਹੈ, ਉਹ ਸਮਾਜ ਦੇ ਵਿੱਚ ਵੀ ਹੋ ਸਕਦੀ ਹੈ। ਉਹ ਆਪਣੇ ਜਿਹੜਾ ਹੈਗਾ ਜੀਵਨ ਸਾਥੀ ਤੋਂ ਇੱਕ ਸਪੇਸ ਦੀ ਆਸ ਰੱਖ ਸਕਦੀ ਹੈ। ਉਹ ਆਪਣੇ ਪਿਓ ਤੋਂ ਇੱਕ ਧੀ ਉਸ ਸਪੇਸ ਦੀ ਆਸ ਰੱਖ ਸਕਦੀ ਹੈ, ਭਰਾ ਤੋਂ ਇੱਕ ਭੈਣ ਆਪਣੀ ਸਪੇਸ ਦੀ ਆਸ ਰੱਖ ਸਕਦੀ ਹੈ। ਇਸ ਤਰ੍ਹਾਂ ਦੀ ਜਿਹੜੀ ਸਪੇਸ ਦੀ ਤਲਾਸ਼ ਦੇ ਵਿੱਚ ਭਟਕ ਰਹੀ ਔਰਤ ਦੀ ਗੱਲ ਦਲੀਪ ਕੌਰ ਟਿਵਾਣਾ ਆਪਣੇ ਨਾਵਲਾਂ ਦੇ ਵਿੱਚ ਕਰ ਰਹੀ ਹੈ। ਜਿਹੜਾ ਆਪਾਂ ਕਹਿੰਦੇ ਨਾਰੀਵਾਦੀ ਨਜ਼ਰੀਆ, ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਦਲੀਪ ਕੌਰ ਟਿਵਾਣਾ ਦੇ ਨਾਵਲਾਂ ਦੇ ਵਿੱਚ ਉਹਦਾ ਵੀ ਪ੍ਰਭਾਵ ਦੇਖਿਆ ਜਾ ਸਕਦਾ, ਕਿਉਂਕਿ ਔਰਤ ਹਾਸ਼ੀਏ ਤੇ ਰਹੀ ਹੈ। ਜਦੋਂ ਇਨਸਾਨ ਸਮਾਜ ਦਾ 50% ਭਾਗ ਹਿੱਸਾ ਆਬਾਦੀ ਦਾ ਉਹ ਹਾਸ਼ੀਏ ਤੇ ਹੋ ਜਾਂਦਾ ਹੈ, ਤਾਂ ਉਸ ਦਾ ਪ੍ਰਭਾਵ ਸਾਡੇ ਸਿਹਤ ਦੇ ਉੱਪਰ ਵੀ ਪੈਣਾ ਸ਼ੁਰੂ ਹੋ ਜਾਂਦਾ। ਸਾਡੇ ਸਿਹਤ ਦੇ ਵਿੱਚੋਂ ਵੀ ਉਸ ਚੀਜ਼ ਦੀ ਗੱਲ ਕੀਤੀ ਜਾਂਦੀ ਹੈ ਜਿਹਨੂੰ ਹਾਸ਼ੀਏ ਤੇ ਰੱਖਿਆ ਜਾਂਦਾ। ਵਰਤਮਾਨ ਯੁੱਗ ਦੇ ਵਿੱਚ ਤਾਂ ਨਾਵਲ ਆ ਜਿਹੜਾ ਪੰਜਾਬੀ ਨਾਵਲ, ਉਹ ਵੱਡੇ ਪੱਧਰ ਦੇ ਉੱਪਰ ਨਾਰੀਵਾਦੀ ਨਜ਼ਰੀਏ ਦੇ ਅਧੀਨ ਨਾਵਲ ਦੀ ਰਚਨਾ ਕਰ ਰਿਹਾ ਔਰ ਜਿਹੜੀ ਔਰਤ ਹੈਗੀ ਹੈ ਉਹਦੀ ਆਜ਼ਾਦੀ ਦੇ ਲਈ, ਉਹਦੀ ਸਪੇਸ ਦੇ ਲਈ ਨਾਵਲ ਲੜਦਾ ਦਿਖਾਈ ਦੇ ਰਿਹਾ। ਔਰ ਬਹੁਤ ਸਾਰੀਆਂ ਸਮਾਜਿਕ ਲਹਿਰਾਂ ਜਿਹੜੀਆਂ ਚੱਲੀਆਂ ਸੀ, ਵਿਸ਼ਵ ਵਿਆਪੀ ਲਹਿਰਾਂ, ਸਿਮਨ ਦਾ ਵੀਵਰ ਨੇ ਚਲਾਈ ਇੱਕ ਕਿਤਾਬ ਲਿਖੀ ਸੀ ਸੈਕੰਡ ਸੈਕਸ, ਜਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਲੇਡੀਜ਼ ਆਈਆਂ ਸੀਗੀਆਂ ਜਿਨ੍ਹਾਂ ਨੇ ਔਰਤ ਦੇ ਹੱਕ ਦੀ ਗੱਲ ਕੀਤੀ ਸੀ। ਯੂਰਪ ਦੇ ਵਿੱਚ ਤਾਂ ਔਰ ਅਮਰੀਕਾ ਦੇ ਵਿੱਚ, ਪੱਛਮੀ ਦੇਸ਼ਾਂ ਦੇ ਵਿੱਚ ਤਾਂ ਕਾਫੀ ਹੱਦ ਤੱਕ ਔਰਤ ਹੈ ਜਿਹੜੀ ਉਹ ਆਪਣਾ ਲਹਿਰਾਂ ਸਦਕਾ ਆਜ਼ਾਦੀ ਹਾਸਲ ਕਰ ਚੁੱਕੀ ਹੈ। ਪਰ ਜਿਹੜਾ ਆਪਣਾ ਪੂਰਬੀ ਸਮਾਜ ਆ ਉਹਦੇ ਵਿੱਚ ਕਿਤੇ ਨਾ ਕਿਤੇ ਹਜੇ ਔਰਤ ਅਜੇ ਵੀ ਉਹਨਾਂ ਉਸ ਤਰ੍ਹਾਂ ਦੀ ਆਜ਼ਾਦੀ ਤੋਂ ਦੂਰ ਹੀ ਹੈ। ਔਰ ਜਿਹੜਾ ਨਾਵਲ ਹੈ ਪੰਜਾਬੀ ਨਾਵਲ, ਉਹ ਉਸ ਚੀਜ਼ ਨੂੰ ਪੇਸ਼ ਕਰਦਾ ਔਰ ਦਲੀਪ ਕੌਰ ਟਿਵਾਣਾ ਵੀ ਕਿਤੇ ਨਾ ਕਿਤੇ
ਉਸੇ ਪ੍ਰਭਾਵ ਅਧੀਨ ਆਪਣੀਆਂ ਨੈਕਾਵਾਂ ਸਿਰਜ ਰਹੀ ਹੈ ਔਰ ਕੇਂਦਰੀ ਪਾਤਰ ਸਿਰਜ ਕੇ ਉਹਨਾਂ ਨੂੰ ਉਹਨਾਂ ਦੇ ਹਾਲਾਤਾਂ ਦੇ ਅਨੁਸਾਰ ਪੇਸ਼ ਕਰ ਰਹੀ ਹੈ, ਇੱਕ ਯਥਾਰਥਵਾਦੀ ਢੰਗ ਦੇ ਨਾਲ ਪੇਸ਼ ਕਰ ਰਹੀ ਹੈ। ਇਹ ਨਹੀਂ ਕਿ ਕੋਈ ਇੱਦਾਂ ਨਾਨਕ ਸਿੰਘ ਵਾਂਗੂ ਕੋਈ ਆਦਰਸ਼ਵਾਦੀ ਪਾਤਰ ਪੈਦਾ ਕਰ ਲਿਆ ਤੇ ਉਹ ਸਮਾਜ ਦੇ ਸਾਰੇ ਸਮਾਜ ਨੂੰ ਹਰਾ ਰਿਹਾ, ਇੱਦਾਂ ਦੀ ਨਹੀਂ ਗੱਲ ਹੈਗੀ। ਇਹ ਸਿਰਫ ਤੇ ਸਿਰਫ ਸਮਾਜ ਦੇ ਵਿੱਚ ਲੜ ਰਹੀਆਂ ਉਹ ਔਰਤਾਂ ਸਮਾਜ ਦੇ ਵਿੱਚ ਆਪਣੀ ਸਪੇਸ ਲੈਣ ਦੇ ਲਈ, ਔਰ ਇਹਦੇ ਤਕਰੀਬਨ ਸਾਰੇ ਨਾਵਲਾਂ ਦੇ ਵਿੱਚ ਹੀ ਇਹਦੀਆਂ ਜਿਹੜੀਆਂ ਕੇਂਦਰੀ ਪਾਤਰ ਹੈਗੀਆਂ ਉਹ ਇਸ ਸੰਘਰਸ਼ ਦੇ ਵਿੱਚ ਲੱਗੀਆਂ ਹੋਈਆਂ। ਜਦੋਂ ਆਪਾਂ ਇਹੋ ਹਮਾਰਾ ਜੀਵਨਾ ਨਾਵਲ ਦੇ ਵਿਸ਼ੇ ਵਸਤੂ ਦੀ ਗੱਲ ਕਰਾਂਗੇ ਜਾਂ ਉਹਦਾ ਪਾਠ ਪੜ੍ਹਾਂਗੇ ਆਪਾਂ ਔਰ ਉਹਦੇ ਇਕੱਲੇ ਪਾਠ ਦੇ ਵਿੱਚ ਆਉਣ ਵਾਲੇ ਪਾਤਰਾਂ ਦੀ ਗੱਲ ਕਰਾਂਗੇ ਤਾਂ ਤੁਸੀਂ ਦੇਖੋਗੇ ਕਿ ਜਿਹੜੇ ਉਹ ਪਾਤਰ ਹੈਗੇ ਆ ਕਿਸ ਢੰਗ ਦੇ ਨਾਲ ਮਰਦ ਪਾਤਰ ਔਰਤ ਪਾਤਰਾਂ ਨੂੰ ਦਬਾ ਰਹੇ ਆ ਔਰ ਔਰਤ ਪਾਤਰਾਂ ਮਾੜੇ ਤੋਂ ਮਾੜੀ ਸਥਿਤੀ ਦੇ ਵਿੱਚ ਵੀ ਕਿਸ ਤਰ੍ਹਾਂ ਆਪਣਾ ਜੀਵਨ ਨਿਰਵਾਹ ਕਰ ਰਹੀਆਂ। ਔਰ ਕਈ ਵਾਰ ਤਾਂ ਇੱਦਾਂ ਲੱਗਦਾ ਹੁੰਦਾ ਕਿ ਇੰਨੀ ਤਰਸਯੋਗ ਹਾਲਤ ਦੇ ਵਿੱਚ ਹੀ ਸਾਡਾ ਸਮਾਜ ਕਿਉਂ ਵਿਚਰ ਰਿਹਾ ਔਰ ਸਾਡੇ 50% ਜਿਹੜੀ ਆਬਾਦੀ ਹੈਗੀ ਆ ਉਹਨੂੰ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਇਹਨਾਂ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਜਿਹੜੀ ਨਾਰੀਵਾਦੀ ਲੇਖਕ ਹੈਗੇ ਆ ਇਹ ਜਾਂ ਔਰਤ ਲੇਖਕਾਂ ਹੈਗੀਆਂ ਇਹ 50% ਦੁਨੀਆ ਦੀ ਵੀ ਗੱਲ ਕਰਦੀਆਂ ਔਰ 50% ਦੇ ਨਾਲ ਜਿਉਣ ਵਾਲੀ ਦੂਜੀ 50% ਦੁਨੀਆ ਮਰਦ ਤੇ ਔਰਤ ਸਾਰੇ ਸਮਾਜ ਦੇ ਵਿੱਚ ਇੱਕ ਬੈਲੈਂਸ ਬਣਾਉਣ ਦੀ ਗੱਲ ਕਰਦੀਆਂ, ਇੱਕ ਸੰਤੁਲਨ ਬਣਾਉਣ ਦੀ ਗੱਲ ਕਰਦੀਆਂ। ਦਲੀਪ ਕੌਰ ਟਿਵਾਣਾ ਇੱਕ ਸੰਤੁਲਨ ਦੀ ਗੱਲ ਕਰਦੀ ਹੈ ਸਮਾਜ ਦੇ ਵਿੱਚ ਜਿਹਦੇ ਵਿੱਚ ਮਰਦ ਤੇ ਔਰਤ ਬਰਾਬਰ ਦੀਆਂ ਸਥਿਤੀਆਂ ਦੇ ਵਿੱਚ ਰਹਿਣ, ਉਸ ਤਰ੍ਹਾਂ ਦੀ ਗੱਲ ਕਰਨ ਦੀ ਆਪਣੇ ਨਾਵਲਾਂ ਦੇ ਵਿੱਚ ਉਹਨੇ ਕੋਸ਼ਿਸ਼ ਕੀਤੀ ਔਰ ਕਾਫੀ ਹੱਦ ਤੱਕ ਉਹ ਸਫਲ ਵੀ ਹੋਈ ਹੈ। ਔਰ ਇਸ ਦੇ ਨਾਲ ਹੀ ਅੱਜ ਆਪਾਂ ਇਸ ਲੈਕਚਰ ਨੂੰ ਇੱਥੇ ਖਤਮ ਕਰ ਰਹੇ ਹੈਗੇ ਹਾਂ। ਅਗਲੇ ਲੈਕਚਰਾਂ ਦੇ ਵਿੱਚ ਆਪਾਂ ਦਲੀਪ ਕੌਰ ਟਿਵਾਣਾ ਦੇ ਨਾਵਲ ਇਹੋ ਹਮਾਰਾ ਜੀਵਨਾ ਉਹਦੇ ਵਿਸ਼ੇ ਦੀ ਵੀ ਗੱਲ ਕਰਾਂਗੇ, ਉਹਦੇ ਸਮੁੱਚੇ ਪਾਠ ਦੀ ਵੀ ਗੱਲ ਕਰਾਂਗੇ, ਉਹਦੇ ਵਿੱਚ ਪੇਸ਼ ਹੋਣ ਵਾਲੇ ਪਾਤਰਾਂ ਦੀ ਵੀ ਗੱਲ ਕਰਾਂਗੇ ਕਿਉਂਕਿ ਉਹੀ ਪਾਤਰ ਔਰ ਉਹਨਾਂ ਦੇ ਵਿੱਚੋਂ ਨਿਕਲਣ ਵਾਲੇ ਛੋਟੇ ਪ੍ਰਸ਼ਨ ਵੀ ਤੁਹਾਡੇ ਸਿਲੇਬਸ ਦੇ ਵਿੱਚ ਆਉਣਗੇ। ਸੋ ਵਿਦਿਆਰਥੀਓ ਅੱਜ ਦਾ ਆਪਣਾ ਜਿਹੜਾ ਲੈਕਚਰ ਇੱਥੇ ਖਤਮ ਕਰ ਰਹੇ ਹਾਂ ਆਪਾਂ। ਆਉਣ ਵਾਲੇ ਲੈਕਚਰਾਂ ਦੇ ਵਿੱਚ ਆਪਾਂ ਦਲੀਪ ਕੌਰ ਟਿਵਾਣਾ ਦੇ ਬਾਰੇ ਔਰ ਬਾਕੀ ਸਿਲੇਬਸ ਦੇ ਬਾਰੇ ਗੱਲ ਕਰਾਂਗੇ।